Hello dear students, I am Ranjana Goyal, HOD of Punjabi. Welcome to Mata Mohan Dayi Oswal Public School YouTube channel. So today we will start a new story, Satya Sahi, written by Dileep Kaur Tiwana. हाँ जी बेटा, सतिया सही कहानी विच लेखिका ने शहीद भगत सिंह दी मंगेतर दियां मन दियां भावनावां नूं बड़े ही भावपूर्ण ढंग नाल व्यक्त किया है। इस कहानी का आरंभ उदों हुंदा है ਜਦੋਂ लेखिका गड्डी विच सफ़र कर रही सी अते उसने गड्डी के डब्बे विच एक मंगते नूं ਇਹ गीत गांदियां सुनिया सी। ਜਦੋਂ ਵੀਰ ਭਗਤ ਸਿੰਘ ਦੱਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ, ਉਹਦੀ ਹੋਵਨ ਵਾਲੀ ਨਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ। ਲੇਖਿਕਾ ਨੇ ਦੇਖਿਆ ਕਿ ਇੱਕ ਸਟੇਸ਼ਨ ਆ ਗਿਆ ਸੀ ਅਤੇ ਮੰਗਤਾ ਇੱਕ ਡੱਬੇ ਵਿੱਚੋਂ ਉਤਰ ਕੇ ਦੂਜੇ ਡੱਬੇ ਵਿੱਚ ਚੜ ਗਿਆ। ਲੇਖਿਕਾ ਸੋਚਣ ਲੱਗ ਪਈ ਕਿ ਜਦੋਂ ਸਰਦਾਰ ਭਗਤ ਸਿੰਘ ਨੇ ਇਸ ਗਾਣੇ ਅਨੁਸਾਰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੋਵੇਗੀ ਤਾਂ ਉਸ ਦੀ ਮੰਗੇਤਰ ਦੇ ਦਿਲ ਵਿੱਚ ਕੀ ਵਾਪਰਿਆ ਹੋਵੇਗਾ। ਇਸ ਨੂੰ ਸੋਚਣ ਲਈ ਲੇਖਿਕਾ ਦੇ ਵਿਚਾਰ ਇਸ ਤਰ੍ਹਾਂ ਦੌੜ ਰਹੇ ਸਨ ਜਿਸ ਤਰ੍ਹਾਂ ਗੱਡੀ ਦੇ ਨਾਲ ਧਰਤੀ ਦੇ ਰੁੱਖ ਦੌੜ ਰਹੇ ਹੁੰਦੇ ਹਨ। ਲੇਖਿਕਾ ਸੋਚਦੀ ਉਸ ਪਿੰਡ ਵੱਲ ਚਲੀ ਗਈ ਜਿੱਥੇ ਸਰਦਾਰ ਭਗਤ ਸਿੰਘ ਦੀ ਮੰਗੇਤਰ ਇੱਕ ਸੋਹਣੀ ਕੁੜੀ ਬੈਠੀ ਚਰਖਾ ਕੱਤ ਰਹੀ ਸੀ। ਲੇਖਿਕਾ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਇੱਜ਼ਤ ਖਾਤਰ ਉਸ ਦੀ ਉਮਰ ਇਸੇ ਤਰ੍ਹਾਂ ਬਤੀਤ ਹੋ ਗਈ ਹੈ। ਉਸਨੇ ਮਿਹਨਤ ਕੀਤੀ, ਕੱਤਿਆ, ਪੀਸਿਆ ਤੇ ਮਜ਼ਦੂਰੀ ਕੀਤੀ, ਪਰ ਭਗਤ ਸਿੰਘ ਦੇ ਨਾਂ ਨੂੰ ਲਾਜ ਨਹੀਂ ਲੱਗਣ ਦਿੱਤੀ। ਲੇਖਿਕਾ ਦੇ ਪੁੱਛਣ ਤੇ ਕਿ ਉਸ ਦੇ ਮਾਪਿਆਂ ਨੂੰ ਉਸ ਦਾ ਕੋਈ ਖਿਆਲ ਨਹੀਂ ਹੈ, ਉਸਨੇ ਜਵਾਬ ਦਿੱਤਾ ਕਿ ਇਹ ਕੋਈ 1-2 ਦਿਨਾਂ ਜਾਂ ਮਹੀਨਿਆਂ ਦਾ ਮਾਮਲਾ ਨਹੀਂ ਸੀ, ਇਹ ਤਾਂ ਸਾਰੇ ਜੀਵਨ ਦੀ ਵਾਹ ਸੀ, ਜਾਣੀ ਕਿ ਸਾਰੇ ਜੀਵਨ ਦਾ ਮਸਲਾ ਸੀ। ਮਾਪੇ ਕਿੰਨਾ ਕੁ ਚਿਰ ਕਰ ਸਕਦੇ ਹਨ, ਫਿਰ ਉਸ ਨੂੰ ਵੀ ਤਾਂ ਬੁਰਾ ਭਲਾ ਆਖਦੇ ਜੋ ਵਿਚਕਾਰ ਹੀ ਛੱਡ ਗਿਆ ਸੀ। ਲੇਖਿਕਾ ਨੇ ਕਿਹਾ ਕਿ ਸਰਕਾਰ ਤੋਂ ਉਸ ਨੂੰ ਸਹਾਇਤਾ ਮਿਲ ਸਕਦੀ ਸੀ। ਉਹ ਜਵਾਬ ਦਿੱਤਾ ਕਿ ਇੱਕ ਸ਼ਹੀਦ ਦੀ ਮੰਗੇਤਰ ਹੋ ਕੇ ਸਹਾਇਤਾ ਮੰਗਣੀ ਚੰਗੀ ਨਹੀਂ ਸੀ ਲੱਗਦੀ। ਅਜਿਹੀਆਂ ਗੱਲਾਂ ਸੁਣ ਕੇ ਲੇਖਿਕਾ ਦਾ ਦਿਲ ਇਸ ਮਹਾਨ ਕੁੜੀ ਦੇ ਪੈਰ ਚੁੰਮਣ ਲਈ ਕੀਤਾ। ਉਹ ਬਹੁਤ ਸ਼ਿੱਦਤ ਵਾਲੀ ਅਤੇ ਸ਼ੀਰੜੀ ਸੀ। ਲੇਖਿਕਾ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਮੈਂ ਸ਼ਹੀਦ ਦੇ ਪਿੰਡ ਕਿਵੇਂ ਜਾ ਸਕਦੀ ਹਾਂ ਤਾਂ ਉਸਨੇ ਮੈਨੂੰ ਸਹੇੜੇ ਬਣ ਕੇ ਲੈ ਆਉਣਾ ਹੈ। ਲੇਖਿਕਾ ਨੇ ਕਿਹਾ ਹੈ ਕਿ ਇਹ ਗੱਲ ਬਹੁਤ ਪੁਰਾਣੀ ਹੋ ਗਈ ਹੈ, ਪਰ ਉਹ ਉਸ ਝੱਟ ਉੱਤਰ ਦਿੱਤਾ ਕਿ ਇਹ ਤਾਂ ਅਜੇ ਕੱਲ੍ਹ ਹੋਈ ਹੈ। ਸ਼ਹੀਦ ਮੰਗੇਤਰ ਨੇ ਦੱਸਿਆ ਕਿ ਇੱਕ ਵਾਰੀ ਉਸਨੇ ਉਸ ਦੇ ਪਿੰਡ ਬੁਲਾ ਕੇ ਆਖਿਆ ਸੀ ਕਿ ਮੈਨੂੰ ਅਜੇ ਕੰਮ ਹੈ ਤੇ ਮੈਂ ਛੇਤੀ ਆ ਕੇ ਵਿਆਹ ਕਰਾਵਾਂਗਾ, ਪਰ ਉਹ ਅਜੇ ਤੱਕ ਨਹੀਂ ਆਏ। ਮੈਂ ਉਡੀਕ ਰਹੀ ਹਾਂ। ਲੇਖਿਕਾ ਨੂੰ ਇੱਕ ਗੀਤ ਯਾਦ ਆਇਆ, ਸਾਡਾ ਘਰ ਸੱਜਣੀਏ ਏਡੀ ਦੂਰ ਤਾਂ ਨਹੀਂ ਸੀ ਕਿ ਉਮਰ ਪਰ ਫੇਰਾ ਨਾ ਪਾਇਆ। ਇਹਨਾਂ ਸ਼ਬਦਾਂ ਦੀ ਤੜਪ ਉਸ ਦੇ ਮੂੰਹ ਵਿੱਚੋਂ ਦਿਖਾਈ ਦੇ ਰਹੀ ਸੀ। ਲੇਖਿਕਾ ਨੇ ਸ਼ਹੀਦ ਦੀ ਮੰਗੇਤਰ ਨੂੰ ਲੰਬੀ ਉਮਰ ਵਾਲੀ ਹੋਣ ਦੀ ਅਸੀਸ ਦਿੱਤੀ। ਉਸ ਆਖਿਆ ਕਿ ਮੈਨੂੰ ਲੰਬੀ ਉਮਰ ਦੀ ਕੋਈ ਲੋੜ ਨਹੀਂ ਹੈ, ਮੈਂ ਤਾਂ ਇਹ ਦਿਨ ਵੀ ਬੜੀ ਹੀ ਮੁਸ਼ਕਿਲ ਨਾਲ ਲੰਘਾ ਰਹੀ ਹਾਂ। ਲੇਖਿਕਾ ਨੇ ਗੱਲ ਬਦਲਣ ਲਈ ਆਖਿਆ ਤਾਂ ਉਸ ਨੂੰ ਸ਼ਹਿਰ ਚੱਲੇ ਅਤੇ ਉਸ ਦੀ ਭੈਣ ਦਾ ਵਿਆਹ ਹੈ। ਸ਼ਹੀਦ ਦੀ ਮੰਗੇਤਰ ਨੇ ਜਵਾਬ ਦਿੱਤਾ, ਖੁਸ਼ੀਆਂ ਦੇ ਮੌਕੇ ਉਸ ਪਾਸੋਂ ਚੱਲੇ ਨਹੀਂ ਜਾਂਦੇ, ਉਹ ਗਮਾਂ ਤੋਂ ਇੱਕ ਪਲ ਵੀ ਦੂਰ ਨਹੀਂ ਰਹਿ ਸਕਦੀ। ਕਈ ਵਾਰੀ ਉਹ ਸੋਚਦੀ ਹੈ ਕਿ ਕੋਈ ਆ ਕੇ ਕਹੇ ਉਹ ਮਰੇ ਨਹੀਂ, ਉਹਨਾਂ ਨੂੰ ਫਾਂਸੀ ਨਹੀਂ ਲੱਗੀ, ਉਹ ਜਿਉਂਦੇ ਹਨ, ਤਾਂ ਉਹ ਸੱਚੀ ਹੀ ਆ ਜਾਣ ਤਾਂ ਉਹ ਇਹਨਾਂ ਤਕਦੀਰਾਂ ਨੂੰ ਆਖੇ ਦੂਰ ਨਾ ਖਲੋਵੇ, ਉਹ ਵੀ ਕਿਸੇ ਦੀ ਭੈਣ ਹੈ, ਕਿਸੇ ਦੀ ਧੀ ਹੈ। ਲੇਖਿਕਾ ਨੇ ਉਸ ਨੂੰ ਦੱਸਿਆ ਕਿ ਸਾਡਾ ਦੇਸ਼ ਬਹੁਤ ਉੱਨਤੀ ਕਰ ਰਿਹਾ ਹੈ, ਸਰਦਾਰ ਸ਼ਹੀਦ ਭਗਤ ਸਿੰਘ ਦੇ ਸੁਪਨੇ ਪੂਰੇ ਹੋ ਰਹੇ ਹਨ, ਉਸ ਨੂੰ ਵੀ ਨਵੇਂ ਚੜ੍ਹੇ ਵਰ੍ਹੇ ਵਿੱਚ ਕੋਈ ਹਿੱਸਾ ਪਾਉਣਾ ਚਾਹੀਦਾ ਹੈ। ਇਹ ਸੁਣ ਕੇ ਉਸ ਦੇ ਮੂੰਹ ਉੱਤੇ ਉਦਾਸੀ ਛਾ ਗਈ ਅਤੇ ਲੇਖਿਕਾ ਵੱਲ ਤੱਕਣ ਲੱਗ ਪਈ, ਜਿਵੇਂ ਉਹ ਕਹਿ ਰਹੀ ਹੋਵੇ, ਪਿਛਲਾ ਵਰ੍ਹਾ ਰੋ ਕੇ ਤੁਰ ਚੱਲਿਆ, ਅਗਲਾ ਵੀ ਖੜਾ ਉਦਾਸ, ਕਿਹੜੇ ਤੇ ਮੁਨੀ ਸਰਾਪਿਆ, ਤੂੰ ਮੁੜ ਨਾ ਪੁੱਛੀ ਬਾਤ। ਲੇਖਿਕਾ ਦੇ ਪੁੱਛਣ ਤੇ ਉਸ ਨੂੰ ਇੱਕ ਵੱਡਾ ਹੋਕਾ ਲਿਆ, ਜਿਵੇਂ ਆਖ ਰਹੀ ਹੋਵੇ ਕਿ ਚਾਨਣੀਆਂ ਰਾਤਾਂ ਉਸ ਨੂੰ ਪੁੱਛਦੀਆਂ ਹਨ ਕਿ ਤੇਰੀ ਨੀਂਦ ਕਿੱਥੇ ਗਈ ਹੈ, ਤੇਰੀ ਸੂਰਤ ਕਿੱਥੇ ਖੋਹੀ ਗਈ ਹੈ। ਲੇਖਿਕਾ ਨੇ ਉਸ ਦੇ ਮੂੰਹ ਵੱਲ ਤੱਕਿਆ, ਨਾਨਕ ਸਤਿਆ ਜਾਨ ਹੀ ਕੀ ਵਿਰਹੇ ਚੋਟ ਮਰਨ। ਜਦੋਂ ਇਸ ਤੁਕ ਅੱਗੇ ਲੇਖਿਕਾ ਨੇ ਸਿਰ ਝੁਕਾਇਆ ਤਾਂ ਉਸ ਦੀ ਨਜ਼ਰ ਮੰਗੇਤਰ ਦੀ ਟੁੱਟੀ ਹੋਈ ਜੁੱਤੀ ਵੱਲ ਗਈ। ਉਸ ਦੀ ਕਮੀਜ਼ ਨੂੰ ਵੀ ਟਾਕੀਆਂ ਲੱਗੀਆਂ ਹੋਈਆਂ ਸਨ। ਮੰਗੇਤਰ ਨੇ ਦੱਸਿਆ ਕਿ ਭਗਤ ਸਿੰਘ ਬਹੁਤ ਸੋਹਣਾ ਸੀ, ਸਾਰੇ ਪਿੰਡ ਦੀਆਂ ਕੁੜੀਆਂ ਦੇ ਪ੍ਰਾਹੁਣਿਆਂ ਨਾਲੋਂ ਵੱਧ ਸੋਹਣਾ ਸੀ। ਇਸ ਤਰ੍ਹਾਂ ਗੱਲਾਂ ਕਰਦਿਆਂ ਉਸ ਦਾ ਗਲਾ ਭਰ ਆਇਆ।
ਉਹ ਆਪਣੇ ਮੰਗੇਤਰ ਦੇ ਹੱਥਾਂ ਵੱਲ ਦੇਖ ਰਹੀ ਸੀ, ਜਿਵੇਂ ਦੇਖ ਰਹੀ ਹੋਵੇ ਕਿ ਉਸ ਦੀ ਕਿਸਮਤ ਕਿਸ ਤਰ੍ਹਾਂ ਦੀ ਲਿਖ ਦਿੱਤੀ ਹੈ। ਲੇਖਿਕਾ ਨੇ ਉਸ ਵੱਲ ਵੇਖਿਆ ਤੇ ਉਸ ਨੂੰ ਇੰਜ ਜਾਪਦਾ ਸੀ ਜਿਵੇਂ ਉਸ ਦੀਆਂ ਅੱਖਾਂ ਵਿੱਚ ਅੱਗ ਬਲ ਰਹੀ ਹੋਵੇ। ਲੇਖਿਕਾ ਨੂੰ ਇੰਜ ਜਾਪ ਰਿਹਾ ਸੀ ਕਿ ਜਿਵੇਂ ਉਹ ਨਾਗਣ ਦਾ ਰੂਪ ਧਾਰਨ ਕਰ ਰਹੀ ਹੋਵੇ ਅਤੇ ਭਗਤ ਸਿੰਘ ਦੇ ਸਾਰੇ ਕਾਤਲਾਂ ਨੂੰ ਡਸ ਰਹੀ ਹੋਵੇ। ਲੇਖਿਕਾ ਨੇ ਉਸ ਦਾ ਦਰਦ ਵੰਡਾਇਆ, ਆਖਿਆ ਕਿ ਉਸ ਨੂੰ ਉਦਾਸ ਨਹੀਂ ਹੋਣਾ ਚਾਹੀਦਾ ਹੈ। ਸਰਦਾਰ ਭਗਤ ਸਿੰਘ ਕੇਵਲ ਉਸ ਦਾ ਹੀ ਨਹੀਂ ਸਗੋਂ ਸਭ ਦਾ ਹੈ। ਉਸ ਦੇ ਮਰਨ ਦਾ ਦੁੱਖ ਉਸ ਨੂੰ ਨਹੀਂ ਸਗੋਂ ਸਾਰੇ ਦੇਸ਼ ਨੂੰ ਹੈ। ਇਸ ਤਰ੍ਹਾਂ ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਲੇਖਿਕਾ ਨੇ ਸੋਚਿਆ, ਧਰਤੀ ਆਕਾਸ਼ ਵੀ ਉਸ ਦੀ ਤਸੱਲੀ ਦਿੰਦੇ ਹੋਣਗੇ। ਲੇਖਿਕਾ ਇਹ ਸੋਚ ਹੀ ਰਹੀ ਸੀ ਕਿ ਗੱਡੀ ਖੜੀ ਹੋ ਗਈ। ਸਟੇਸ਼ਨ ਆ ਚੁੱਕਾ ਸੀ। ਉਹੀ ਮੰਗਤਾ ਉਹੀ ਗੀਤ ਗਾ ਰਿਹਾ ਸੀ। ਜਦੋਂ ਵੀਰ ਭਗਤ ਸਿੰਘ ਦੱਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ, ਉਹਦੀ ਹੋਵਨ ਵਾਲੀ ਨਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ, ਗਾਉਂਦਾ ਹੋਇਆ ਡੱਬੇ ਦੇ ਅੱਗੇ ਹੀ ਗੁਜ਼ਰ ਰਿਹਾ ਸੀ। ਇਸ ਤਰ੍ਹਾਂ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇੱਕ ਮੰਗੇਤਰ ਕਿੱਦਾਂ ਆਪਣੇ ਪਿਆਰ ਦੇ ਖਾਤਰ ਤੜਪ ਰਹੀ ਹੈ। ਥੈਂਕ ਯੂ ਬੇਟਾ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਇਹਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ।